ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮੇਰੋ ਪਾਵੋ, ਡੁਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਬਗੈ ਘਾਤੀ। ਪਰਣਬਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਹਾਜ਼ਰਾ ਹਜ਼ੂਰ ਚਾਬਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਣੋ, ਵੱਡੇ ਭਾਗਾ ਵਾਲਿਓ, ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਜ਼ੂਰੀ ਭਰ ਰਹੇ ਹਾਂ। ਸਾਧ ਸੰਗਤ ਜੀ, ਆਪਾਂ ਜੋ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਕੀਤੀ ਹੈ, ਇੱਕ ਓਂਕਾਰ ਤੋਂ, ਜਪ ਜੀ ਸਾਹਿਬ ਤੋਂ ਆਰੰਭ ਕੀਤੀ ਹੈ। ਜੋ ਕੱਲ ਆਪਾਂ ਨੇ ਇਹ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਤੇ ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ, ਇੱਥੇ ਤੱਕ ਸਰਵਣ ਕੀਤੀ। ਅੱਗੇ ਜਦੋਂ ਉਸ ਤੋਂ ਉਪਰੰਤ ਸਿੱਧਾਂ ਨੇ ਫਿਰ ਗੁਰੂ ਨਾਨਕ ਦੇਵ ਜੀ ਨੂੰ 4 ਸਵਾਲ ਪੁੱਛੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸੱਚੇ ਰੂਪ ਦਾ ਕਿਸ ਤਰ੍ਹਾਂ ਹੋ ਜਾਂਦਾ ਹੈ, ਪਰਮਾਤਮਾ ਪਾਸੋਂ ਸੱਚਾ ਕਿਸ ਤਰ੍ਹਾਂ ਹੋ ਜਾਂਦਾ ਹੈ, ਝੂਠੀ ਦੇਹੀ ਦੇ ਪਾਲਣ ਪੋਸ਼ਣ ਵੱਲੋਂ ਕਿਸ ਤਰ੍ਹਾਂ ਟੁੱਟੇ ਹਟੇ। ਅਵਿਦਿਆ ਦੀ ਪਾਲ ਵੱਟ ਪੜਦਾ ਭੇਦ ਕਿਸ ਤਰ੍ਹਾਂ ਦੂਰ ਹੋਵੇ। ਇਹ ਸਿੱਧਾਂ ਨੇ ਪ੍ਰਸ਼ਨ ਜਦੋਂ ਗੁਰੂ ਸਾਹਿਬ ਜੀ ਨੂੰ ਕੀਤੇ, ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਚੱਲੋ, ਉਹਦੀ ਰਜ਼ਾ ਦੇ ਵਿੱਚ ਰਹਿ ਕੇ ਚੱਲੋ, ਤੇ ਉਸ ਦੀ ਰਜ਼ਾ ਦੇ ਵਿੱਚ ਹੀ ਸੱਚ ਦਾ ਰੂਪ ਹੁੰਦਾ ਹੈ। ਵੇਦਾਂ ਸ਼ਾਸਤਰਾਂ ਦੇ ਅਸਲੀ ਸਿਧਾਂਤ ਦੇ ਅਨੁਸਾਰ ਜੋ ਚੱਲਣਾ ਹੈ, ਇਹੀ ਪਰਮਾਤਮਾ ਦਾ ਹੁਕਮ ਮੰਨਣਾ ਹੈ। ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਅਰਜਨ ਦੇ ਤਾਈਂ ਉਪਦੇਸ਼ ਦਿੰਦਿਆਂ ਕਿਹਾ ਹੈ, ਸੁਰਤੀ ਸਿਮਰਤੀ ਮੰਬਈਉ ਆਗਿਆ। ਦੂਜੇ ਪ੍ਰਸ਼ਨ ਦਾ ਉੱਤਰ, ਪਰਮਾਤਮਾ ਨੇ ਮੱਥੇ ਉੱਤੇ ਜੋ ਲਿਖ ਦਿੱਤਾ ਹੈ, ਉਹ ਮੇਰੇ ਨਾਲ ਹੀ ਹੈ, ਉਹ ਮੈਨੂੰ ਅਵश्य ਮਿਲ ਜਾਣਾ ਹੈ। ਹੁਕਮ ਨਾ ਜਾਈ ਮੇਟਿਆ, ਜੋ ਲਿਖਿਆ ਸੋ ਨਾਲ। ਇਸ ਤਰ੍ਹਾਂ ਸਮਝਣ ਨਾਲ ਝੂਠੀ ਦੇਹ ਦੇ ਪਾਲਣ ਪੋਸ਼ਣ ਵੱਲੋਂ ਹਟ ਜਾਂਦਾ ਹੈ। ਸਾਖੀ ਭਾਈ ਸਹਿਜ ਰਾਮ ਜੀ ਦੀ ਜੇ ਆਪਾਂ ਦੇਖੀਏ, ਸਹਿਜ ਰਾਮ ਜੀ ਨਾਮ ਕਰਕੇ ਇੱਕ ਮਹਾਤਮਾ ਸਤਸੰਗ ਵਿੱਚ ਬੈਠੇ ਕਥਾ ਸੁਣ ਰਹੇ ਸਨ। ਕਥਾ ਵਿੱਚ ਇਹ ਪ੍ਰਸੰਗ ਆਇਆ ਕਿ ਪ੍ਰਾਣੀ ਨੂੰ ਡੋਲਣਾ ਨਹੀਂ ਚਾਹੀਦਾ, ਵਾਹਿਗੁਰੂ ਪਰ ਪੂਰਨ ਭਰੋਸਾ ਰੱਖਣਾ ਚਾਹੀਦਾ। ਉਹ ਪਰਮਾਤਮਾ ਹਰ ਜਗ੍ਹਾ ਰਿਜ਼ਕ ਪਹੁੰਚਾਉਂਦਾ ਹੈ ਅਤੇ ਦੰਦ ਭੰਨ ਕੇ ਵੀ ਖਵਾਉਂਦਾ ਹੈ। ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ। ਸਤਿਗੁਰੂ ਜੀ ਕਹਿੰਦੇ, ਮਨਾ ਤੂੰ ਕਿਉਂ ਡੋਲਦਾ, ਉਹ ਤੇਰੀ ਹਰ ਮਨਸਾ ਹਰ ਮਨੋਕਾਮਨਾ ਪੂਰਨ ਕਰਨ ਵਾਲਾ ਉਹ ਆ ਪਰਮੇਸ਼ਰ ਹੈ। ਪਾਖਣ ਕੀਟ ਗੁਪਤ ਹੋਏ, ਰਹਿਤਾ ਤਾਚੋ ਮਾਰਗ ਨਾਹੀ। ਕਹੈ ਧੰਨਾ ਪੂਰਨ ਤਾਹੂ ਕੋ ਮਤਰੇ, ਦਿਆ ਡਰਾਹੀ। ਤੀਜੇ ਪ੍ਰਸ਼ਨ ਦਾ ਉੱਤਰ, ਹੁਕਮ ਰਜਾਈ ਚੱਲਣਾ। ਪਰਮਾਤਮਾ ਚਾਹੇ ਦੁੱਖ ਦੇਵੇ ਚਾਹੇ ਸੁੱਖ ਦੇਵੇ, ਜੀਵ ਨੂੰ ਚਾਹੀਦਾ ਹੈ ਉਸ ਦੇ ਹੁਕਮ ਅੰਦਰ ਰਜਾ ਦੇ ਵਿੱਚ ਰਾਜੀ ਬਰਾਜੀ ਪ੍ਰਸੰਨ ਹੋ ਕੇ ਚੱਲਣਾ ਕਰੇ। ਦੁੱਖਾਂ ਵਿੱਚ ਘਬਰਾਏ ਨਾ, ਸੁੱਖਾਂ ਵਿੱਚ ਆਂਕੜੇ ਨਾ, ਤਾਂ ਪਰਮਾਤਮਾ ਪਾਸੀ ਸੱਚਾ ਹੁੰਦਾ ਹੈ। ਤੇ ਚੌਥੇ ਪ੍ਰਸ਼ਨ ਦਾ ਉੱਤਰ ਸਤਿਗੁਰੂ ਜੀ ਨੇ ਲਿਖਿਆ, ਕਹਿੰਦਾ ਨਾਨਕ ਲਿਖਿਆ ਨਾਲ।
ਸਤਿਗੁਰੂ ਦੇਵ ਜੀ ਆਖਦੇ ਹਨ, ਹੇ ਸਿੱਧੋ, ਵੇਦਾਂ ਸ਼ਾਸਤਰਾਂ ਵਿੱਚ ਜੋ ਨਾਲ ਪ੍ਰਣਾਲਿਕਾ ਲਿਖੀ ਹੈ, ਉਸ ਅਨੁਸਾਰ ਚੱਲਣ ਕਰਕੇ ਅਵਿਦਿਆ ਦੀ ਪਾਲ, ਜਿਸ ਨੂੰ ਵੱਟ ਕਿਹਾ ਜਾਂਦਾ ਹੈ, ਦੂਰ ਹੁੰਦੀ ਹੈ। ਪ੍ਰਣਾਲਿਕਾ ਅੰਤఃਕਰਨ ਵਿੱਚ 3 ਦੋਸ਼ ਹਨ: ਮਲ, ਵਿਖੇਪ, ਆਵਰਣ। ਨਿਸ਼ਕਾਮ ਕਰਮਾਂ ਦੁਆਰਾ ਮਲ ਦੋਸ਼ ਦੂਰ ਕਰੇ, ਉਪਾਸਨਾ ਦੁਆਰਾ ਵਿਖੇਪ ਦੋਸ਼ ਦੂਰ ਕਰੇ, ਫਿਰ ਵੈਰਾਗ, ਵਿਵੇਕ, ਹਠ ਸੰਪਤੀ, ਮੋਖ ਇੱਛਾ ਸਹਿਤ ਹੋ ਕੇ ਸਰਵਣ, ਮੰਨਣ, ਨਿਧਿਆਸਨ ਕਰੇ, ਤਤਵ ਦਾ ਸ਼ੋਧਨ ਕਰੇ ਤਾਂ ਬ੍ਰਹਮ ਗਿਆਨ ਹੁੰਦਾ ਹੈ। ਇਸੇ ਨੂੰ ਪ੍ਰਣਾਲਿਕਾ ਕਥਨ ਕਰਦੇ ਹਨ। ਇਸ ਦੇ ਕਰਨ ਨਾਲ ਅਵਿਦਿਆ ਦਾ ਪਰਦਾ ਦੂਰ ਹੋ ਜਾਂਦਾ ਹੈ। ਵੇਦਾਂ ਸ਼ਾਸਤਰਾਂ ਦਾ ਇਹ ਪ੍ਰਣਾਲਿਕਾ ਤੇ ਲਿਖੀਦਾ ਹੈ। 24 ਸਾਲ ਤੱਕ ਬ੍ਰਹਮਚਾਰਜ ਧਾਰੇ, 50 ਸਾਲ ਤੱਕ ਗ੍ਰਸਥ ਆਸ਼ਰਮ ਕਰੇ, 75 ਤੱਕ ਵਾਨ ਸ਼ਸਤਰ, ਉਪਰੰਤ ਸੰਨਿਆਸ ਰਹੇ। ਪਰੰਤੂ ਗੁਰਮਤਿ ਅਨੁਸਾਰ ਪ੍ਰਣਾਲਿਕਾ ਦਾ ਜੋ ਕਥਨ ਹੈ ਉਹ ਇਸ ਪ੍ਰਕਾਰ ਹੈ: ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਮੁਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਵਹਿੰਦਿਆਂ ਉਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਿਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਜੋ ਪ੍ਰਣਾਲਿਕਾ ਹੈ ਗੁਰੂ ਸਤਿਗੁਰੂ ਜੀ ਦੀ ਜੋ ਗੁਰਮਤ ਹੈ ਉਸ ਦੇ ਅਨੁਸਾਰ ਹੈ ਕਿ ਜੋ ਸਿੱਖ ਹੈ ਸਤਿਗੁਰੂ ਜੀ ਦਾ, ਉਹ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦਾ ਨਾਮ ਧਿਆਵੇ, ਉਦਮ ਕਰੇ, ਪ੍ਰਭਾਤੀ ਅੰਮ੍ਰਿਤ ਵੇਲੇ ਉੱਠ ਕੇ ਨਹਾਵੇ ਤਾਂ ਉਸਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਦਾ ਫਲ ਮਿਲਦਾ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਮੁਖ ਪਾਪ ਦੋਖ ਲਹਿ ਜਾਵੈ। ਗੁਰੂ ਦੇ ਉਪਦੇਸ਼ ਨਾਲ ਜੋ ਚੱਲੇ ਤਾਂ ਉਹਦੇ ਹਰ ਕਲ ਕਲੇਸ਼ ਮਿਟ ਜਾਂਦੇ ਹਨ, ਦੋਖ ਲੈ ਜਾਂਦੇ ਹਨ। ਤੇ ਦਿਨ ਚੜ੍ਹਦੇ ਨਾਲ ਗੁਰਬਾਣੀ ਗਾਉਂਦਿਆਂ ਬਹਿੰਦਿਆਂ ਉੱਠਦਿਆਂ ਉਹ ਪ੍ਰਮਾਤਮਾ ਦਾ ਨਾਮ ਧਿਆਵੇ। ਸੋ ਜੋ ਸਾਸ ਗਿਰਾਸ ਉਸ ਪ੍ਰਮਾਤਮਾ ਦਾ ਨਾਮ ਸਿਮਰਨ, ਵਾਹਿਗੁਰੂ 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 ਸਿਮਰੇ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਉਂਦਾ। ਤੇ ਜਿਸ ਤੇ ਉਹ ਪਰਮ ਪਿਤਾ ਪਰਮਾਤਮਾ ਸਤਿਗੁਰੂ ਫਿਰ ਦਿਆਲ ਹੁੰਦਾ, ਉਸਨੂੰ ਆਪਣਾ ਉਪਦੇਸ਼ ਸੁਣਾਉਂਦਾ ਹੈ। ਜਨ ਨਾਨਕ ਧੂੜ ਮੰਗੈ ਤੇ ਗੁਰਸਿੱਖੀ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਗੁਰਸਿੱਖ ਦੀ ਧੂੜ ਨੂੰ ਲੋਚੋ, ਜੋ ਆਪ ਨਾਮ ਜਪਦਾ ਤੇ ਹੋਰਾਂ ਨੂੰ ਜਪਾਉਂਦਾ। ਇਹਦਾ ਆਖਿਆ ਜਿਸ ਦਾ ਪਰਦਾ ਦੂਰ ਹੋਇਆ ਹੈ ਉਸ ਦੀ ਨਿਗਾਹ ਕਿਸ ਤਰ੍ਹਾਂ ਦੀ ਹੈ, ਤਾਂ ਗੁਰੂ ਜੀ ਨੇ ਉੱਤੇ ਲਿਖਿਆ, ਨਾਨਕ ਲਿਖਿਆ ਨਾਲ ਦਵਾਇਤ ਭਾਵ, ਜਿਹਦੇ ਵਿੱਚ ਨਹੀਂ, ਜਿਸ ਤੋਂ ਦੂਰ ਹਨ। ਅਨਿਤ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਕੋਈ। ਐਸਾ ਜੋ ਦਵਾਇਤ ਭਾਵ ਤੋਂ ਰਹਿਤ ਵਾਹਿਗੁਰੂ ਹੈ, ਜਿਸ ਦਾ ਵੇਦਾਂ ਸ਼ਾਸਤਰਾਂ ਵਿੱਚ ਜਸ ਲਿਖਿਆ ਹੋਇਆ ਹੈ, ਉਸ ਨੂੰ ਆਪਣੇ ਨਾਲ ਹੀ ਨੇਚੇ ਕਰਦਾ ਹੈ। ਸੋ ਸਾਧ ਸੰਗਤ ਜੀ, ਇਹ ਆਪਣੀ ਪੌੜੀ ਸੋਚੈ ਸੋਚ ਨਾ ਹੋਵੇ ਤੋਂ ਲੈ ਕਰਕੇ ਨਾਨਕ ਲਿਖਿਆ ਨਾਲ ਤੱਕ ਪਹਿਲੀ ਪੌੜੀ ਦੇ 102 ਅੱਖਰ ਜੋ ਹਨ,
ਉਹਨਾਂ ਦੀ ਵਿਆਖਿਆ ਸੰਪੂਰਨ ਹੋਈ ਹੈ। ਅਗਲੀ ਪੌੜੀ ਜੋ ਦੂਸਰੀ ਪੌੜੀ ਹੈ ਉਸ ਦੇ ਵਿੱਚ ਸਿੱਧਾ ਨਾਲ ਜੋ ਪ੍ਰਸ਼ਨ ਉੱਤਰ ਹੁੰਦੇ ਹਨ ਉਸ ਤਰ੍ਹਾਂ ਹਨ। ਤਾਂ ਸਿੱਧਾ ਨੇ ਆਖਿਆ, ਜਿਸ ਪ੍ਰਮਾਤਮਾ ਦਾ ਜਸ ਵੇਦਾਂ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਉਸ ਦਾ ਹੁਕਮ ਕਿਤਨਾ ਕੁ ਹੈ। ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਉਸ ਪਰਮਾਤਮਾ ਦਾ ਸਮੁੰਦਰ ਹੁਕਮ ਉਸ ਕਥਨ ਨਹੀਂ ਕੀਤਾ ਜਾਂਦਾ, ਉਹ ਕਿਤਨਾ ਕੁ ਹੈ। ਹੁਕਮ ਨਾ ਜਾਪਈ ਚੇਤੜਾ, ਕਹਿ ਨਾ ਸਕੀ ਜੈਕਾਰ। ਸਿੱਧਾ ਆਖਿਆ, ਕੁਝ ਸਮਝਾਉਣ ਵਾਸਤੇ ਤਾਂ ਕਹੋ। ਤਾਂ ਗੁਰੂ ਜੀ ਨੇ ਤਾਂ ਹੁਕਮ ਹੀ ਹੋਵਨ ਆਕਾਰ, ਪਰਮਾਤਮਾ ਦੇ ਹੁਕਮ ਦੇ ਵਿੱਚ ਵਿਸ਼ਨੂੰ, ਬ੍ਰਹਮਾ, ਰੁਦਰ, ਵਿਸ਼ਨਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਇਤਿਆਦਿਕ ਪੁਰੀਆਂ ਦੇ ਆਕਾਰ ਹੋਏ ਹਨ। ਇਹਨਾਂ ਦੇਵਤਿਆਂ ਦੇ ਜੋ ਉਪਾਸਕ ਹਨ ਉਹਨਾਂ ਦੇ ਆਕਾਰ ਹੋਏ ਹਨ। ਪਰਮਾਤਮਾ ਦੇ ਹੁਕਮ ਅਨੁਸਾਰ ਮਾਤਾ ਦੇ ਪੇਟ ਦੇ ਵਿੱਚ ਦੇਹਾਂ ਦੇ ਆਕਾਰ ਹੁੰਦੇ ਹਨ। ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੈ ਸਰਬ ਵਿਚਾਰ। ਹੁਕਮੀ ਹੋਵਣ ਜੀਆ, ਹੁਕਮ ਮਿਲੈ ਵਡਿਆਈ। ਫਿਰ 6 ਮਹੀਨੇ ਉਪਰੰਤ ਹੁਕਮੀ ਪਰਮਾਤਮਾ ਦੇ ਹੁਕਮ ਕਰਕੇ ਉਹਨਾਂ ਪੁਤਲਿਆਂ ਵਿੱਚ ਜੀਵ ਪੈਦਾ ਹੁੰਦੇ ਹਨ। ਉਸੇ ਪਰਮਾਤਮਾ ਦੇ ਹੁਕਮ ਨਾਲ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ। ਹੁਕਮੇ ਉੱਤਮ ਨੀਚ, ਪਰਮੇਸ਼ਰ ਦੇ ਹੁਕਮ ਨਾਲ ਹੀ ਕੋਈ ਉੱਤਮ ਤੇ ਕੋਈ ਨੀਚ ਹੁੰਦਾ ਹੈ। ਉਸ ਦੇ ਹੁਕਮ ਨਾਲ ਹੀ ਉੱਤਮਾਂ ਤੋਂ ਨੀਚ ਤੇ ਨੀਚਾਂ ਤੋਂ ਕੋਈ ਉੱਤਮ ਹੁੰਦੇ ਹਨ। ਨੀਚੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਹੁਕਮ ਲਿਖ ਦੁਖ ਸੁਖ ਪਾਈਐ, ਉਸ ਦੇ ਹੁਕਮ ਦੇ ਅੰਦਰ ਹੀ ਮੱਥੇ ਤੇ ਲੇਖਾਂ ਅਨੁਸਾਰ ਹੀ ਕਈ ਆਦਮੀ ਦੁੱਖ ਅਤੇ ਕਈ ਸੁੱਖ ਪਾਉਂਦੇ ਹਨ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਨਾ ਜੀਵਾਂ ਨੂੰ ਉਸ ਦੇ ਹੁਕਮ ਨਾਲ ਰਾਜ ਭਾਗ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਉਸ ਪਰਮਾਤਮਾ ਦੇ ਹੁਕਮ ਨਾਲ ਇੱਕ ਮਨੁੱਖ ਹਮੇਸ਼ਾ 84 ਲੱਖ ਜੂਨ ਦੇ ਜਨਮ ਮਰਨ ਰੂਪ ਚੱਕਰ ਵਿੱਚ ਪਾਉਂਦੇ ਜਾਂਦੇ ਹਨ। ਉਪਜੀਵਕਾ ਵਾਸਤੇ ਦਰ ਦਰ ਉੱਤੇ ਫਿਰਦੇ ਜਾਂਦੇ ਹਨ। ਸਿੱਧਾ ਆਖਿਆ, ਉਸ ਦੇ ਹੁਕਮ ਤੋਂ ਬਾਹਰ ਵੀ ਕੋਈ ਹੈ ਤਾਂ ਗੁਰੂ ਜੀ ਨੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਤਿਗੁਰੂ ਜੀ ਕਹਿੰਦੇ ਹਨ, ਸਭ ਕੋਈ ਜੀਵ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹਨ। ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ। ਹੁਕਮੀ ਸਭਾ ਉਪਜੈ, ਹੁਕਮੀ ਕਾਰ ਕਮਾਏ, ਹੁਕਮੀ ਕਾਲੈ ਵਸ ਹੈ, ਹੁਕਮੀ ਸਚ ਸਮਾਹੇ। ਨਾਨਕ ਜੋ ਤਿਸ ਭਾਵੈ ਸੋ ਥੀਐ, ਇਨਾ ਜਨਤਾ ਬਸ ਕਿਛ ਨਾਹੀ। ਜਿਵੇਂ ਹੁਕਮ ਉਛਲੈ ਹੁਕਮੇ ਰਹੈ, ਹੁਕਮੇ ਦੁਖ ਸੁਖ ਸਮ ਕਰ ਸਹੈ। ਹੁਕਮੈ ਨਾਮ ਜਪੈ ਦਿਨ ਰਾਤੀ, ਨਾਨਕ ਜਿਸਨੂੰ ਹੋਵੈ ਦਾਤ। ਹੁਕਮ ਮਰੈ ਹੁਕਮ ਹੀ ਜੀਵੈ, ਹੁਕਮੇ ਨੰਨਾ ਵੱਡਾ ਥੀਵੈ। ਹੁਕਮੇ ਸੋਗ ਹਰਖ ਆਨੰਦ, ਹੁਕਮੇ ਜਪੈ ਨਿਰੋਤਰ ਗੁਰਮੰਤ। ਹੁਕਮੇ ਆਵਣ ਜਾਣ ਰਹਾਏ, ਨਾਨਕ ਜਾ ਕੋ ਭਗਤੀ ਲਾਏ। ਤਾਂ ਸਿੱਧਾ ਆਖਿਆ, ਜਿਸ ਤਰ੍ਹਾਂ ਇੱਕ ਪਿਤਾ ਦੇ ਪੰਜੇ ਪੁੱਤਰ ਆਗਿਆਕਾਰੀ ਹੋਣ ਤਾਂ ਪਿਤਾ ਸਾਰਿਆਂ ਉੱਤੇ ਇੱਕੋ ਜਿਹੀ ਨਿਗਾਹ ਰੱਖ ਕੇ ਇੱਕੋ ਜਿਹੇ ਸੇਵਾ ਨਤੀਜੇ ਦੇ ਦਿੰਦਾ ਹੈ, ਵਿਖਮ ਦ੍ਰਿਸ਼ਟੀ ਨਹੀਂ ਕਰਦਾ। ਇਸੇ ਤਰ੍ਹਾਂ ਜੇ ਪ੍ਰਮਾਤਮਾ ਦੇ ਹੁਕਮ ਅੰਦਰ ਸਾਰੇ ਜੀਵ ਹਨ ਤਾਂ ਪ੍ਰਮਾਤਮਾ ਕਿਸੇ ਨੂੰ ਦੁੱਖ ਸੁੱਖ ਕਿਉਂ ਦਿੰਦਾ ਹੈ। ਗੁਰੂ ਜੀ ਨੇ ਕਿਹਾ, ਹੇ ਸਿੱਧੋ, ਉਹ ਪ੍ਰਮਾਤਮਾ ਜੀਵਾਂ ਨੂੰ ਦੁੱਖ ਸੁੱਖ ਕਰਮਾਂ ਅਨੁਸਾਰ ਦਿੰਦਾ ਹੈ।
ਦੂਜਾ ਕਾਰਨ ਇਹ ਵੀ ਹੈ, ਇਹ ਜੀਵ ਪਰਮਾਤਮਾ ਦੇ ਹੁਕਮ ਨੂੰ ਪ੍ਰਸੰਨ ਹੋ ਕੇ ਨਹੀਂ ਮੰਨਦੇ। ਪਰਮਾਤਮਾ ਆਪਣੇ ਜ਼ੋਰ ਨਾਲ ਹੁਕਮ ਮਨਵਾਉਂਦਾ ਹੈ। ਖੁਦਾ ਆਖਿਆ ਅਸੀਂ ਸਮਝਦੇ ਹਾਂ, ਜੀਵ ਆਪੇ ਉਸ ਦਾ ਹੁਕਮ ਮੰਨਦੇ ਹਨ। ਗੁਰੂ ਜੀ ਨੇ ਕਿਹਾ ਆਪਣੇ ਆਪ ਹੁਕਮ ਕੋਈ ਨਹੀਂ ਮੰਨਦਾ, ਕਾਰਜ ਦੁਆਰੇ ਕਾਰਨ ਦਾ ਅਨੁਮਾਨ ਹੁੰਦਾ ਹੈ। ਨਾਨਕ ਹੁਕਮ ਜੇ ਬੁਝੈ, ਤਾਹੁ ਮੈਂ ਕਹਿ ਨ ਕੋਇ। ਜੇਕਰ ਪ੍ਰਸੰਨ ਹੋ ਕੇ ਜੀਵ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ ਹੈ ਤਾਂ ਸੰਗਤਾ ਮਮਤਾ ਨੂੰ ਕੋਈ ਨਾ ਕਹਿੰਦਾ। ਜਿਸ ਦੇ ਹੰਗਤਾ ਮਮਤਾ ਕਰ ਰਹੇ ਹਨ, ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਜੀਵ ਪ੍ਰਸੰਨ ਹੋ ਕੇ ਹੁਕਮ ਨਹੀਂ ਮੰਨਦੇ। ਤਾਂ ਸਿੱਧਾ ਆਖਿਆ ਪਰਮੇਸ਼ਰ ਦੇ ਹੁਕਮ ਮੰਨਣ ਅਤੇ ਨਾ ਮੰਨਣ ਵਾਲਿਆਂ ਨੂੰ ਕੀ ਫਲ ਹੁੰਦਾ ਹੈ। ਤਾਂ ਗੁਰੂ ਜੀ ਨੇ ਕਿਹਾ ਹੁਕਮ ਹੀ ਹੋਵਣ ਜੀ, ਹੁਕਮ ਅੰਦਰ। ਤਾਂ ਗੁਰੂ ਜੀ ਕਹਿੰਦੇ ਹਨ ਜੋ ਜੀਵ ਹੁਕਮੀ ਪਰਮਾਤਮਾ ਦੇ ਹੁਕਮ ਮੰਨਣ ਅੰਦਰ ਸਥਿਤ ਹੋਏ ਹਨ, ਹੁਕਮੀ ਹੋਵਣ ਆਕਾਰ। ਉਹ ਜੀਵ ਹੁਕਮੀ ਉਸ ਪਰਮਾਤਮਾ ਦਾ ਆਕਾਰ, ਉਸ ਦਾ ਸਰੂਪ ਹੋਏ ਹਨ। ਹਰ ਹਰ ਜਨ ਦੁਇ ਏਕ ਹੈ, ਦੇਵ ਵਿਚਾਰ ਕਿਛ ਨਾਹਿ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਦਿਖੈ ਸਮਾਹਿ। ਹੁਕਮ ਨਾ ਕਹਿਆ ਜਾਈ, ਉਹਨਾਂ ਉੱਤੇ ਵੇਦਾਂ ਸ਼ਾਸਤਰਾਂ ਦਾ ਹੁਕਮ ਭਾਵ ਦਮ ਨਹੀਂ ਕਿਹਾ ਜਾਂਦਾ। ਹੁਕਮ ਮਿਲੈ ਵਡਿਆਈ, ਜਿਹੜੇ ਪੁਰਸ਼ ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲਦੇ ਹਨ, ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹਨ, ਉਹਨਾਂ ਨੂੰ ਵਡਿਆਈ ਮਿਲਦੀ ਹੈ। ਜਿਹੜੇ ਹੁਕਮ ਨਹੀਂ ਮੰਨਦੇ ਉਹਨਾਂ ਨੂੰ ਛੁਟਿਆਈ ਮਿਲਦੀ ਹੈ। ਹੁਕਮ ਹੀ ਉਤਮ ਨੀਚ, ਜਿਹੜੇ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹਨ ਉਹ ਨੀਚਾ ਤੋਂ ਉੱਤਮ ਹੋ ਜਾਂਦੇ ਹਨ। ਨੀਚ ਜਾਤ ਹਰ ਜਪਤਿਆ, ਉੱਤਮ ਪਦ ਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਕਰ ਜਿਸ ਜਾਏ। ਜੋ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਨੀਚ ਜਾਤ ਤੋਂ ਵੀ ਉੱਤਮ ਪਦਵੀ ਪਾ ਲੈਂਦੇ ਹਨ। ਜਿਵੇਂ ਬਿਦਰ ਦੇ ਘਰ ਦਾਸੀ ਸੁਤੈ, ਕ੍ਰਿਸ਼ਨ ਉਤਰਿਆ, ਕ੍ਰਿਸ਼ਨ ਉਹਦੇ ਘਰੇ ਗਿਆ ਤੇ ਉੱਥੇ ਰਿਹਾ, ਉਹਨਾਂ ਨੂੰ ਮਿਲਿਆ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਨ। ਜਿਸ ਨੀਚ ਕੋ ਕੋਈ ਨਾ ਜਾਣੈ, ਜਿਸ ਨੂੰ ਆਪਾਂ ਜਾਤਾਂ ਪਾਤਾਂ ਦੇ ਹਿਸਾਬ ਨਾਲ ਮੰਨਦੇ ਹਾਂ ਕਿ ਜਾਂ ਨੀਚ ਜਾਣਦੇ ਕੋਈ ਨਹੀਂ ਜਾਣਦਾ, ਪਰ ਜਦੋਂ ਨਾਮ ਸਿਮਰਨ ਹੁੰਦਾ ਹੈ ਤਾਂ ਹੁਣ ਚੌਂ ਕੁੰਟਾਂ ਦੇ ਲੋਕ ਜਾਣਦੇ ਹਨ, ਸਭ ਜਾਣਨ ਲੱਗ ਜਾਂਦੇ ਹਨ। ਸਾਧ ਸੰਗਤ ਜਿਵੇਂ ਇੱਕ ਭੀਲਣੀ ਹੋਈ ਹੈ ਤ੍ਰੇਤੇ ਯੁੱਗ ਦੇ ਵਿੱਚ, ਮਤੰਗ ਨਾਮੇ ਸਾਤ ਆਤਮਾ ਦੇਵੀ ਗੁਣ ਲੰਕਿਰਤ ਮਹਾਤਮਾ ਹੋਏ ਹਨ, ਜਿਨ੍ਹਾਂ ਦੇ ਚੰਗੇ ਸੁਭਾਅ ਅਤੇ ਚੰਗੀ ਕਰਨੀ ਦੇ ਕੇ ਬਹੁਤ ਹੀ ਸਾਧੂ ਆਇਆ ਜਾਇਆ ਕਰਦੇ ਸਨ। ਬਲਕਿ ਕਈ ਸਾਧੂਆਂ ਦੀਆਂ ਟੋਲੀਆਂ ਉਹਨਾਂ ਦੇ ਪਾਸ ਹੀ ਰਿਹਾ ਕਰਦੀਆਂ ਸਨ। ਲੰਗਰ ਪਾਣੀ ਉਹ ਆਪ ਹੀ ਕੀਤਾ ਕਰਦੇ ਸਨ। ਉਹਨਾਂ ਸੰਤਾਂ ਦਾ ਜਦ ਭੀਲਣੀ ਨੂੰ ਪਤਾ ਲੱਗਾ ਤਾਂ ਇਹ ਸਾਰਾ ਦਿਨ ਲੱਕੜਾਂ ਇਕੱਠੀਆਂ ਕਰਕੇ ਹਨੇਰੇ ਹਨੇਰੇ ਹੀ ਉਹਨਾਂ ਦੇ ਲੰਗਰ ਸਥਾਨ ਵਿੱਚ ਰੱਖ ਆਇਆ ਕਰੇ। ਜਦ ਕੁਝ ਸਮਾਂ ਬੀਤਿਆ ਤਾਂ ਇੱਕ ਦਿਨ ਰਿਸ਼ੀਆਂ ਨੇ ਮਨ ਵਿੱਚ ਇਹ ਵਿਚਾਰ ਆਈ ਕਿ ਸਾਡੀ ਸੇਵਾ ਕਰਕੇ ਸਾਡੇ ਜਪ ਤਪ ਨੂੰ ਕੌਣ ਚੁਰਾਉਂਦਾ ਹੈ। ਜਿੰਨੀ ਕੁ ਕਮਾਈ ਅਸੀਂ ਕਰਦੇ ਹਾਂ ਇਹ ਤਾਂ ਲੱਕੜਾ ਸੁੱਟਣ ਵਾਲਾ ਹੀ ਲੈ ਜਾਂਦਾ। ਵਿਚਾਰ ਉਤਪੰਨ ਉਪਰੰਤ ਇਹ ਮਤਾ ਪਾਸ ਕੀਤਾ ਕਿ ਰਾਤ ਨੂੰ ਜਾ ਕੇ ਸਾਰੇ 4 ਸਪੇਰੇ ਪਹਿਰਾ ਦਿਓ। ਪਹਿਰਾ ਦੇਣ ਨਾਲ ਉਹ ਨੀਚ ਜਾਤ ਵਾਲੀ ਭੀਲਣੀ ਫੜੀ ਗਈ। ਸੰਤਾਂ ਨੇ ਫੜ ਕੇ ਉਸ ਨੂੰ ਮਤੰਗ ਰਿਸ਼ੀ ਜੀ ਦੇ ਸਾਹਮਣੇ ਕਰ ਦਿੱਤਾ ਕਿ ਇਹ ਸਾਡਾ ਚੋਰ ਹੈ ਜੋ ਲੱਕੜਾਂ ਸੁੱਟ ਕੇ ਸਾਡੇ ਜਪ ਤਪ ਵਿੱਚ ਘਾਟਾ ਪਾਉਂਦਾ ਹੈ। ਮਤੰਗ ਰਿਸ਼ੀ ਜੀ ਨੇ ਪੁੱਛਿਆ ਤੂੰ ਕਿਸ ਮਨੋਰਥ ਨੂੰ ਲੈ ਕੇ ਸੰਤਾਂ ਦੀ ਸੇਵਾ ਕਰਦੀ ਹੈ। ਤੇ ਭੀਲਣੀ ਨੇ ਕਿਹਾ ਸੰਤ ਜੀ ਮੇਰੇ ਮਨ ਵਿੱਚ ਕੋਈ ਸੰਕਲਪ ਨਹੀਂ ਹੈ, ਮੈਂ ਨਿਹਚਾ ਹੋ ਕੇ ਆਪ ਜੀ ਦੀ ਸੇਵਾ ਕਰ ਰਹੀ ਹਾਂ।
ਇਹ ਗੱਲ ਸੁਣ ਕੇ ਮਤੰਗ ਰਿਸ਼ੀ ਵੀ ਬਹੁਤ ਪ੍ਰਸੰਨ ਹੋਏ। ਚੇਲਿਆਂ ਨੂੰ ਆਖਦੇ ਹਨ, ਹੇ ਭਾਈ ਦੇਖੋ, ਜਾਤੀ ਇਸ ਦੀ ਕੀ ਹੈ ਅਤੇ ਸੇਵਾ ਕਰਨ ਦੀ ਕਿਤਨੀ ਚਾਹ ਹੈ। ਢੀਲਣੀ ਦੀ ਸੇਵਾ ਪਰ ਪ੍ਰਸੰਨ ਹੋ ਕੇ ਮਤੰਗ ਰਿਸ਼ੀ ਜੀ ਨੇ ਉਸ ਨੂੰ ਰਾਮ ਨਾਮ ਦਾ ਉਪਦੇਸ਼ ਦੇ ਕੇ ਆਖਿਆ ਕਿ ਸੇਵਾ ਦੇ ਨਾਲ ਇਸ ਦਾ ਜਾਪ ਕੀਤਾ ਕਰ, ਤੈਨੂੰ ਪਰਮਾਤਮਾ ਦਾ ਮਿਲਾਪ ਹੋਏਗਾ। ਇਹ ਉਪਦੇਸ਼ ਵਾਲੀ ਗੱਲ ਸੁਣ ਕੇ ਬਾਕੀ ਦੇ ਸਾਧੂਆਂ ਨੇ ਬੜਾ ਦੁੱਖ ਮਨਾਇਆ ਕਿ ਸਾਡੇ ਗੁਰਾਂ ਨੇ ਬੜਾ ਮਾੜਾ ਕੰਮ ਕੀਤਾ ਹੈ, ਜੋ ਸ਼ਾਸਤਰ ਮਰਿਆਦਾ ਅਨੁਸਾਰ ਕੰਮ ਨਹੀਂ ਕੀਤਾ। ਨੀਚ ਜਾਤ ਵਾਲੀ ਢੀਲਣੀ ਨੂੰ ਉਪਦੇਸ਼ ਦੇ ਦਿੱਤਾ ਹੈ। ਮਤੰਗ ਰਿਸ਼ੀ ਨੇ ਸਾਧੂਆਂ ਦੀ ਗੱਲ ਸੁਣੀ, ਅਨਸੁਣੀ ਕਰ ਛੱਡੀ ਤੇ ਢੀਲਣੀ ਨੂੰ ਸੇਵਾ ਕਰਨ ਦੀ ਆਗਿਆ ਦੇ ਦਿੱਤੀ। ਜਦ ਰਿਸ਼ੀ ਜੀ ਦਾ ਅੰਤ ਸਮਾਂ ਆਇਆ ਤਾਂ ਢੀਲਣੀ ਉਦਾਸ ਹੋ ਕੇ ਆਖਦੀ ਹੈ, ਸਵਾਮੀ ਜੀ ਮੈਨੂੰ ਵੀ ਆਪਣੇ ਨਾਲ ਲੈ ਜਾਓ, ਦੁਨੀਆ ਵਿੱਚ ਜਿਉਂ ਕੇ ਕੀ ਕਰਨਾ ਹੈ। ਤਾਂ ਰਿਸ਼ੀ ਜੀ ਨੇ ਕਿਹਾ, ਥੋੜੇ ਸਮੇਂ ਤੱਕ ਇੱਥੇ ਸ੍ਰੀ ਰਾਮਚੰਦਰ ਜੀ ਨੇ ਆਉਣਾ ਹੈ, ਤੂੰ ਉਹਨਾਂ ਦਾ ਦਰਸ਼ਨ ਕਰਕੇ ਸੇਵਾ ਦਾ ਲਾਭ ਪ੍ਰਾਪਤ ਕਰੀ। ਇਹ ਗੱਲ ਆਖ ਕੇ ਮਤੰਗ ਰਿਸ਼ੀ ਜੀ ਆਪਣੇ ਟੋਲੇ ਨੂੰ ਛੱਡ ਗਏ। ਪਿੱਛੇ ਸਾਧੂਆਂ ਨੇ ਢੀਲਣੀ ਨੂੰ ਆਪਣੀ ਸੇਵਾ ਤੋਂ ਮਨਾ ਕਰ ਦਿੱਤਾ। ਇਸ ਨੇ ਫਿਰ ਵੀ ਸੰਤਾਂ ਦੀ ਸੇਵਾ ਦਾ ਹੋਰ ਹੀ ਢੰਗ ਸੋਚ ਲਿਆ। ਕੁੜੀਆਂ ਤੋਂ ਚੱਲ ਕੇ ਪੰਪਾ ਸਰ ਜਾ ਕੇ ਉਹ ਸਾਧੂ ਇਸ਼ਨਾਨ ਕਰਦੇ ਹੁੰਦੇ ਸਨ। ਉਸ ਰਾਹ ਵਿੱਚ ਇਸਨੇ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ। ਸਾਧੂਆਂ ਦੇ ਉੱਠਣ ਤੋਂ ਪਹਿਲਾਂ ਹੀ ਉਸਨੇ ਝਾੜੂ ਫੇਰ ਕੇ ਵਿਹਲਿਆ ਹੋ ਜਾਣਾ। ਸਾਧੂ ਸਾਰੇ ਰਾਹ ਦੀ ਸਫਾਈ ਵੇਖ ਕੇ ਹੈਰਾਨ ਹੋਣ ਕਿ ਹੁਣ ਰਾਹ ਵਿੱਚ ਝਾੜੂ ਕੌਣ ਫੇਰ ਜਾਂਦਾ ਹੈ। ਫਿਰ ਇੱਕ ਰਾਤ ਜਾ ਕੇ ਪਹਿਰਾ ਦਿੱਤਾ, ਤਦ ਵੀ ਝਾੜੂ ਦਿੰਦੀ ਹੋਈ ਢੀਲਣੀ ਫੜੀ ਗਈ ਤੇ ਚੰਗੀ ਤਰ੍ਹਾਂ ਇਸ ਨੂੰ ਮਾਰਿਆ ਕੁੱਟਿਆ ਤੇ ਇਸ ਤਰ੍ਹਾਂ ਆਖਿਆ ਕਿ ਨੀਚਵੀਂ ਹੋ ਕੇ ਸਾਡੇ ਚੱਲਣ ਵਾਲੇ ਰਸਤੇ ਨੂੰ ਝਾੜੂ ਫੇਰ ਕੇ ਭ੍ਰਸ਼ਟ ਕਰ ਦਿੰਦੀ ਹੈ। ਤੈਨੂੰ ਇਹ ਅਕਲ ਕਿਸ ਨੇ ਦਿੱਤੀ ਹੈ? ਚਲੀ ਜਾ, ਇਥੋਂ ਮੁੜ ਕੇ ਝਾੜੂ ਨਾ ਕਰੀ। ਧੰਨ ਢੀਲਣੀ ਸੀ ਜੋ ਅੱਗੋਂ ਚੁੱਪਚਾਪ ਰਹੀ, ਸਗੋਂ ਹੱਥ ਜੋੜ ਕੇ ਮਾਫੀ ਮੰਗੀ। ਉਸਦੇ ਸਬਰ ਦਾ ਫਲ ਸਾਧੂਆਂ ਨੂੰ ਇਹ ਮਿਲਿਆ ਕਿ ਜਦ ਪੰਪਾ ਸਰ ਇਸ਼ਨਾਨ ਕਰਨ ਗਏ ਤਾਂ ਕੀ ਵੇਖਦੇ ਹਨ, ਉਸ ਵਿੱਚ ਸਾਰੇ ਕੀੜੇ ਪਏ ਹਨ। ਉਹ ਜਲ ਪੀਣ ਦੇ ਤੇ ਨਾ ਹੀ ਇਸ਼ਨਾਨ ਕਰਨ ਦੇ ਯੋਗ ਰਿਹਾ ਹੈ। ਇਹ ਪੰਪਾ ਸਰ ਨਦੀ ਦੇ ਕਿਨਾਰੇ ਇੱਕ ਸਰ ਝੀਲ ਹੈ, ਜਿਹਦੇ ਕਿਨਾਰੇ ਕੁਟੀਆ ਬਣਾ ਕੇ ਢੀਲਣੀ ਰਹਿੰਦੀ ਰਹੀ ਹੈ। ਇੱਥੇ ਹੀ ਸ੍ਰੀ ਰਾਮਚੰਦਰ ਮਹਾਰਾਜ ਇਸ ਮਹਾਨ ਪੁਰਸ਼ ਦੇ ਅਨੁਸਾਰ ਕਿਸੇ ਗਏ ਸਨ, ਜੋ ਇਹਨਾਂ ਨੂੰ ਮਿਲੇ। ਸਾਧੂਆਂ ਨੇ ਚਿੱਤ ਵਿਖੇ ਬੜਾ ਦੁੱਖ ਹੋਇਆ। ਬਥੇਰਾ ਪਾਣੀ ਕੱਢਿਆ ਤਾਂ ਵੀ ਸ਼ੁੱਧ ਨਾ ਹੋਇਆ। ਫਿਰ ਹਵਨ ਵਗੈਰਾ ਕਰਵਾਏ ਤਾਂ ਵੀ ਉਹ ਸਰੋਵਰ ਦਾ ਜਲ ਸ਼ੁੱਧ ਨਾ ਹੋਇਆ। ਇੰਨੇ ਸਮੇਂ ਨੂੰ ਜੰਗਲ ਦੇ ਵਿੱਚ ਸ੍ਰੀ ਰਾਮਚੰਦਰ ਜੀ ਆ ਵਿਚਾਰੇ। ਪਤਾ ਲੱਗਣ ਪਰ ਸਭ ਸਾਧੂਆਂ ਨੇ ਆਪੋ ਆਪਣੀਆਂ ਕੁਟੀਆਂ ਸਵਾਰ ਰੱਖੀਆਂ। ਇੱਕ ਆਖਦਾ ਮੇਰੀ ਕੁਟੀਆ ਵਿੱਚ ਰਾਮ ਜੀ ਆਉਣਗੇ, ਦੂਜਾ ਆਖਦਾ ਮੇਰੀ ਕੁਟੀਆ ਵਿੱਚ ਆਉਣਗੇ, ਤੀਜਾ ਮੇਰੀ ਕੁਟੀਆ ਦੇ ਵਿੱਚ ਆਉਣਗੇ। ਪਰੰਤੂ ਸ੍ਰੀ ਰਾਮ ਜੀ ਸੰਤ ਦੀ ਕੁਟੀਆ ਵਿੱਚ ਨਾ ਜਾ ਕੇ ਪ੍ਰੇਮ ਵਸ ਹੋਏ ਢੀਲਣੀ ਦੇ ਘਰ ਵਿੱਚ ਚਲੇ ਗਏ ਤੇ ਉਹਦੇ ਪਾਸ ਉਸਦੇ ਜੂਠੇ ਬੇਰ ਖਾਧੇ। ਬੇਰ ਖਾ ਕੇ ਬਹੁਤ ਪ੍ਰਸੰਨ ਹੋਏ ਤੇ ਪਿਆਰ ਭਰੇ ਬਚਨ ਕਹਿਣ ਲੱਗੇ, ਇਹ ਸਬਰੀ ਜਿਵੇਂ ਤੂੰ ਪ੍ਰੇਮ ਨਾਲ ਸਿਖਾਏ ਹਨ ਐਸੇ ਕਿਸੇ ਨੇ ਨਹੀਂ ਸਿਖਾਏ। ਜਾ ਤੂੰ ਨਿਹਾਲ ਹੋ। ਇਹ ਵਰ ਦੇ ਰਹੇ ਸਨ ਤੇ ਇੰਨੇ ਨੂੰ ਸਾਧੂ ਆਣ ਪਹੁੰਚੇ। ਚਰਨਾਂ ਤੇ ਨਮਸਕਾਰ ਆਖਦੇ ਹਨ, ਅਸੀਂ ਆਪ ਜੀ ਵਾਸਤੇ ਕੁਟੀਆ ਸਵਾਰ ਰੱਖੇ ਹਨ, ਆਪ ਜੀ ਨੇ ਦਰਸ਼ਨ ਨਹੀਂ ਦਿੱਤੇ। ਤਾਂ ਰਾਮ ਜੀ ਨੇ ਕਿਹਾ, ਆਓ ਕਿਸ ਤਰ੍ਹਾਂ ਆਏ? ਸਾਧੂਆਂ ਨੇ ਕਿਹਾ, ਪੰਪਾ ਸਰ ਵਿਖੇ ਕੀੜੇ ਪੈ ਗਏ ਹਨ, ਉਸ ਦਾ ਜਲ ਸ਼ੁੱਧ ਕਰਨ ਵਾਸਤੇ ਆਪ ਜੀ ਪਾਸ ਆਏ ਹਾਂ, ਆਪ ਕਿਰਪਾ ਕਰੋ। ਤਾਂ ਰਾਮਚੰਦਰ ਜੀ ਨੇ ਕਿਹਾ, ਤੁਸੀਂ ਵੱਡੇ ਵੱਡੇ ਮਹਾਤਪਸਵੀ ਲੋਕ ਹੋ, ਤੁਸੀਂ ਆਪਣੇ ਚਰਨ ਦਾ ਧੋ ਕੇ ਜਲ ਪਾਓ, ਸ਼ਾਇਦ ਪਵਿੱਤਰ ਹੋ ਜਾਏ। ਰਿਸ਼ੀਆਂ ਨੇ ਵੈਸੇ ਹੀ ਕੀਤਾ ਪਰ ਜਲ ਸ਼ੁੱਧ ਨਾ ਹੋਇਆ। ਫਿਰ ਰਾਮ ਜੀ ਨੇ ਕਿਹਾ, ਆਪਣੇ ਚਰਨਾਂ ਦਾ ਜਲ ਪਾਇਆ ਤਾਂ ਵੀ ਪੰਪਾ ਸਰ ਦਾ ਜਲ ਪਵਿੱਤਰ ਨਾ ਹੋਇਆ।
ਤਾਂ ਰਾਮ ਜੀ ਨੇ ਕਿਹਾ, ਹੁਣ ਭੀਲਣੀ ਦੇ ਚਰਨਾਂ ਨੂੰ ਧੋ ਕੇ ਉਸ ਜਲ ਦੇ ਵਿੱਚ ਪਾਓ, ਸ਼ਾਇਦ ਪੰਪਾ ਸਰ ਦਾ ਜਲ ਪਵਿੱਤਰ ਹੋ ਜਾਏ। ਰਿਸ਼ੀ ਜਲ ਤੋਂ ਬੜੇ ਔਖੇ ਸਨ। ਰਾਮਚੰਦਰ ਜੀ ਦਾ ਵਚਨ ਮੰਨ ਕੇ ਭੀਲਣੀ ਦੇ ਪੈਰ ਧੋਤੇ ਤੇ ਉਹ ਜਲ ਲਿਜਾ ਕੇ ਪੰਪਾ ਸਰ ਦੇ ਵਿੱਚ ਸਾਧੂਆਂ ਨੇ ਪਾਇਆ। ਤੇ ਹੁਣ ਇਹ ਵਕਤ ਆ ਗਿਆ ਕਿ ਉਹਨਾਂ ਹੀ ਸਾਧੂਆਂ ਨੂੰ ਭੀਲਣੀ ਦੇ ਪੈਰ ਧੋਣੇ ਪਏ ਤੇ ਪੈਰਾਂ ਦਾ ਧੋਤਾ ਹੋਇਆ ਜਲ ਗੜਬੇ ਦੇ ਵਿੱਚ ਲੈ ਜਾ ਕਰਕੇ ਭੀਲਣੀ ਨੇ ਬੇਨਤੀ ਕੀਤੀ ਕਿ ਪ੍ਰਭੂ ਜੀ, ਇਹਨਾਂ ਸਾਧੂਆਂ ਪਾਸੋਂ ਮੈਂ ਨੀਚਣੀ ਦੇ ਪੈਰਾਂ ਨੂੰ ਕਿਉਂ ਧਵਾਉਂਦੇ ਹੋ, ਪਾਪ ਨਾ ਚੜਾਓ। ਪਰ ਰਾਮਚੰਦਰ ਜੀ ਦੇ ਕਹਿਣ ਤੇ ਇਹ ਸਭ ਕੁਝ ਹੋਇਆ ਤੇ ਰਾਮਚੰਦਰ ਜੀ ਨੇ ਕਿਹਾ, ਚੰਗਾ ਤੂੰ ਆਪ ਹੀ ਪੈਰ ਧੋ ਕੇ ਜਲ ਪਾ ਦੇ। ਇਸ ਵੇਲੇ ਭੀਲਣੀ ਨੇ ਪੈਰ ਧੋਤੇ ਤੇ ਜਲ ਪੰਪਾ ਸਰ ਦੇ ਵਿੱਚ ਪਾਇਆ ਤਾਂ ਪਾਣੀ ਸਾਫ਼ ਹੋ ਗਿਆ। ਦੇਖੋ ਪ੍ਰਭੂ ਕਿਤਨਾ ਬੇਅੰਤ ਹੈ, ਨੀਚਾਂ ਨੂੰ ਵੀ ਉੱਚ ਕਰ ਦਿੰਦਾ ਹੈ। ਸੋ ਸਾਧ ਸੰਗਤ ਜੀ, ਆਪਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਇਹ ਜਾਤਾਂ ਇਨਸਾਨਾਂ ਨੇ ਬਣਾਈਆਂ, ਪਰਮਾਤਮਾ ਨੇ ਨਹੀਂ। ਸਾਡੇ ਗੁਰੂ ਸਾਹਿਬ ਤਾਂ ਕਹਿੰਦੇ ਹਨ, ਮਾਨਸ ਕੀ ਜਾਤ ਇੱਕ ਹੈ ਪਹਿਚਾਣ ਉਹ। ਜਾਤ ਇੱਕੋ ਹੀ ਹੈ, ਉਹ ਮਾਨਸ ਕੀ ਜਾਤ ਹੈ ਜੋ ਪਰਮਾਤਮਾ ਨੇ ਬਣਾਈ ਹੈ। ਬਾਕੀ ਬੰਦੀਆਂ ਤਾਂ ਆਪਾਂ ਨੇ ਆਪ ਹੀ ਪਾ ਲਈਆਂ। ਸੋ ਇਹਨਾਂ ਤੋਂ ਉੱਪਰ ਉੱਠੀਏ, ਜਾਤਾਂ ਪਾਤਾਂ ਤੋਂ ਪਰੇ ਹੋ ਕੇ ਇਨਸਾਨੀਅਤ ਨੂੰ ਪਿਆਰ ਕਰੀਏ ਤੇ ਉਸ ਪਰਮਾਤਮਾ ਦੀ ਜੋਤ ਨੂੰ ਪਿਆਰ ਕਰੀਏ। ਸੋ ਗੁਰੂ ਜੀ ਕਹਿੰਦੇ ਨੇ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਪਰਮਾਤਮਾ ਦੇ ਹੁਕਮ ਨੂੰ ਜਿਹੜੇ ਮੰਨਦੇ ਹਨ, ਉਹਨਾਂ ਦੇ ਮੱਥੇ ਪਰ ਜੇ ਦੁੱਖ ਵੀ ਲਿਖੇ ਹੋਏ ਹੋਣ ਤਾਂ ਵੀ ਉਹ ਸੁੱਖ ਪਾਉਣਾ ਕਰਦੇ ਹਨ, ਅਥਵਾ ਜਿਹੜੇ ਹੁਕਮ ਮੰਨਦੇ ਹਨ ਉਹ ਸੁੱਖ ਪਾਉਂਦੇ ਹਨ, ਜੋ ਹੁਕਮ ਨਹੀਂ ਮੰਨਦੇ ਉਹ ਦੁੱਖ ਭੋਗਦੇ ਹਨ। ਇੱਕ ਨਾ ਹੁਕਮ ਹੀ ਬਖਸ਼ੀਸ, ਗੁਰੂ ਜੀ ਕਹਿੰਦੇ ਹਨ, ਇੱਕ ਨਾ ਗੁਰਮੁਖਾਂ ਨੂੰ ਹੁਕਮੀ ਪਰਮਾਤਮਾ ਦਾ ਹੁਕਮ ਮੰਨਣ ਕਰਕੇ ਭਗਤੀ ਵੈਰਾਗ ਗਿਆਨ ਦੁਆਰਾ ਸਵੈ ਸਰੂਪ ਦੀ ਬਖਸ਼ਿਸ਼ ਹੁੰਦੀ ਹੈ। ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਮਨਮੁਖ ਜੋ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ, ਉਹ ਹਮੇਸ਼ਾ 84 ਲੱਖ ਜੂਨਾਂ ਦੇ ਵਿੱਚ ਪਾਉਂਦੇ ਫਿਰਦੇ ਹਨ, ਭਟਕਦੇ ਫਿਰਦੇ ਹਨ। ਜਿਵੇਂ ਬ੍ਰਹਮਾ ਵਿਸ਼ਨ ਰਿਸ਼ੀ ਮੁਨੀ ਸ਼ੰਕਰ ਇੰਦ ਤਪੈ ਤੇ ਖਾਰੀ, ਮਾਨੈ ਹੁਕਮ ਸੁਹੈ ਦਰ ਸਾਚੈ ਆਖੀ ਮਰੈ ਅਫਾਰੀ। ਜੰਗਮ ਜੋਧ ਜਤੀ ਸੰਨਿਆਸੇ ਗੁਰ ਪੂਰੈ ਵਿਚਾਰੀ, ਜਿਨ ਸੇਵਾ ਫਲ ਕਬਹੂ ਨਾ ਪਾਵਸ ਸੇਵਾ ਕਰਨੀ ਸਾਰੀ। तो हुक्म है अंदर सबको, परमात्मा दे हुक्म दे अंदर रहन करके सब कोई मत्थे टेकदा है ते सारे दुनिया दे पदार्थ मिल जाते हैं, फिर सारे शुभ गुण भी प्राप्त हो जाते हैं। बाहर हुक्म ना कोई, परमात्मा दे हुक्म तो बाहर होने करके ना कोई मत्थे टेकदा है, ना ही कोई पदार्थ मिलता है, ना ही कोई शुभ गुण प्राप्त करता हुंदा है। नानक हुक्म है जे बुझै ताहू मैं कह न कोई। सतगुरु जी कहते हैं, देव कथन करते हैं, यह जीव जे परमात्मा के हुक्म नूं मन्ने तां वो हंगता बुझ जाती है। हंगता दूर हो जाए तो फिर ममता नूं कोई नहीं कहता। हंगता ते ममता ये दोनों ही दुखों का कारण हैं। दूर हो जाना तो निर्वैर हो जाता है। कहत नानक हो मैं कह ना कोई, आखण देखण सब साहेब ते होए। साध संगत जी, परम पिता परमात्मा की कृपा के अनुसार ये अपनी जो दूसरी पौड़ी है, इस दे 114 अखर हैं जिन्हों के आपने अज शब्द विचार की है। तीसरी पौड़ी की शब्द विचारे आप जो कल नूं करांगे। अज इन्ना ही समा प्रवान करियो। साध संगत जी, गुरु साहब जी तो हुईयां गलतियों की क्षमा बख्शाउंदे होए, साध संगत जी तुसीं बख्शणहार हो, दास दीयां गलतियों की क्षमा करदे होए बख्शिओ ते परमात्मा जी के चरणों के नाल जुड़दे हुए
ਆਗਿਆ ਪਾਉਂਦੇ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।